अस्सलाम वालेकुम। वालेकुम सलाम। हाँ जी, मौलाना साहब क्या हाल है? अल्हम्दुलिल्लाह। ठीक ठाक हो? खैरियत है? जी। और पहुंच गए हो? पहुंच गया है। तो सेहत तबीयत ठीक ठाक है? अल्हम्दुलिल्लाह ठीक ठाक। जी। जी तैयारी है। रहंदा है अपना रिश्ता रुश्ता जी रहंदा है बिल्कुल साहब बिल्कुल तैयार। निकाह वास्ते? जी। अच्छा, तो की हुक्म काम ਤੁਹਾਡੇ ਵਾਸਤੇ? कोई हुक्म काम ਤੁਹਾਡੇ गवाह मौजूद ने? ਗਵਾਹ ਨਹੀਂ, ਅਸੀਂ ਇਹ ਅਸਾਂ ਹੀ ਨਿਕਾਹ ਪੜਨਾ ਹੈ। क्यों बीबी तुसी राजी हो निकाह च? ਹਾਂਜੀ ਤੁਹਾਡੇ गवाह मौजूद ने? नहीं गवाह ਤੁਹਾਡੇ कोल फिर शरीयत के मुताबिक ते शादी ना हो। अगर गवाह नहीं तो फिर निकाह किवें करावांगा? ਨਹੀਂ ਅਸੀਂ ਅਸੀਂ ਰਾਜੀ ਹਾਂ ਜਦੋਂ ਦੋਵੇਂ ਜੀ ਤੇ ਕਿਸੇ ਗਵਾਹ ਦੀ ਕੀ ਜ਼ਰੂਰਤ। ਜਦੋਂ ਤੁਸੀਂ ਰਾਜੀ ਹੋ ਤੇ ਫਿਰ ਸਾਨੂੰ ਬੁਲਾਉਣ ਦੀ ਕੀ ਜ਼ਰੂਰਤ? ਨਹੀਂ ਤੁਹਾਨੂੰ ਤੇ ਇਸ ਵਾਸਤੇ ਬੁਲਾਇਆ ਨਾ, ਤੁਹਾਨੂੰ ਤੇ ਇਸ ਵਾਸਤੇ ਬੁਲਾਇਆ ਨਾ ਕਿ ਤੁਸੀਂ ਸਾਡਾ ਨਿਕਾਹ ਪੜਾਓ। ਤੁਸੀਂ ਅੱਗੋਂ ਕਹਿਣ ਦਿਓ ਕਿ ਵਿੱਚ ਗਵਾਹ ਲਿਆਓ, ਗਵਾ ਲਿਆਓ। ਦੋ ਗਵਾਹ ਉਧਰ ਹੋਣ ਤੇ ਦੋ ਗਵਾਹ ਇੱਧਰ ਹੋਣ। ਹਾਂਜੀ ਸਮਝੇ ਕਿ ਨਹੀਂ? ਗਵਾਹ ਸਾਡੇ ਕੋਲ ਹੈ ਕੋਈ ਨਹੀਂ। ਗਵਾਹ ਉਹ ਤੁਹਾਡੇ ਜੇ ਕੋਲ ਤੁਸੀਂ ਸਾਨੂੰ ਪੜ੍ਹਾ ਸਕਦੇ ਹੋ ਤੇ ਤੁਸੀਂ ਕਰ ਲਓ। ਅਸਾਂ ਕਿਹੜੀ ਕੋਈ ਤਲਾਕ ਦੇਣੀ ਹੈ? ਅਸਾਂ ਕਿਹੜੀ ਕੋਈ ਬਾਅਦ ਵਿੱਚ ਕੋਈ ਮਕਸਦ ਹੈ ਕਿ ਕੋਈ ਤਲਾਕ ਦੇਣੀ ਹੈ? ਅਸਾਂ ਆਪਣਾ ਦਿਲ ਦੇ ਨਾਲ ਨਿਕਾਹ ਕਰਨਾ ਹੈ। ਜਦੋਂ ਪੁੱਛ ਤੁਸੀਂ ਲਓ ਤਲਾਕ ਤੁਸੀਂ ਜੇ ਗੱਲ ਕੋਈ ਹੈ ਕੋਈ। ਜਦੋਂ ਤੁਸੀਂ ਤਲਾਕ ਨਹੀਂ ਦੇਣੀ ਤੁਸੀਂ ਰਾਜੀ ਹੋ, ਹਾਂਜੀ ਗਵਾਹ ਵੀ ਮੌਜੂਦ ਨਹੀਂ ਹੈ ਨਹੀਂ ਤੇ ਫਿਰ ਤੁਸੀਂ ਰਾਜੀ ਹੋ, ਫਿਰ ਮੇਰੀ ਕੀ ਜ਼ਰੂਰਤ ਸੀ? ਉਹ ਤਾਂ ਗਵਾਹਾਂ ਦੀ ਗੱਲ ਤਾਂ ਤੁਸੀਂ ਕੀਤੀ ਹੈ ਨਾ। ਅਸੀਂ ਤੇ ਸ਼ਰੀਅਤ ਦੇ ਮੁਤਾਬਕ ਗਵਾਹ ਜ਼ਰੂਰੀ ਹੁੰਦੇ ਨੇ। ਬੀਬੀ ਵੱਲੋਂ ਵੀ ਦੋ ਗਵਾਹ ਮਰਦ ਤੋਂ ਹਾਂਜੀ ਤੇ ਲੇਕਿਨ ਜਿਹੜੇ ਲੋਕ ਗਵਾਹ ਵੀ ਹੁੰਦੇ ਨੇ ਦੋ ਦੋ, ਜੀ ਮੌਲਵੀ ਸਾਹਿਬ ਵੀ ਹੁੰਦੇ ਨੇ, ਹਾਂਜੀ ਨਿਕਾਹ ਰਜਿਸਟਰਾਰ ਵੀ ਹੁੰਦਾ ਵੇ, ਜੀ ਦਸਤਖਤ ਅੰਗੂਠੇ ਹਰ ਸ਼ੈ ਕਲੀਅਰ ਹੁੰਦਾ ਵੇ, ਜੀ ਬਾਅਦ 'ਚ ਤਲਾਕ ਹੋ ਜਾਂਦੀ ਹੈ। ਉਹਦੇ ਚ ਤੇ ਮੌਲਵੀ ਜ਼ਿੰਮੇਦਾਰ ਨਹੀਂ। ਮੌਲਵੀ ਜ਼ਿੰਮੇਦਾਰ ਨਹੀਂ, ਉਹਦੇ ਵਿੱਚ ਸ਼ਰੀਅਤ ਦੇ ਵਿੱਚ ਸ਼ਰਅ ਦੇ ਵਿੱਚ ਜੇ ਨਿਕਾਹ ਪੜਾ ਕੇ ਸਭ ਆਪਣੀ ਆਪਣੀ ਮਜ਼ਦੂਰੀ ਲਾ ਕੇ ਟੁੱਟ ਜਾਂਦੇ ਨੇ। ਜੀ 2000 ਤੁਹਾਂ ਬੋਝੇ ਪਾਣਾ, 1000 ਕਿਸੇ ਨੇ ਲਿਆ, 10000 ਕਿਸੇ ਨੇ ਲਿਆ, 5000 ਕਿਸੇ ਨੇ ਲਿਆ। ਜਦੋਂ ਉਹਨੂੰ ਤਲਾਕ ਹੋ ਜਾਂਦੀ ਹੈ ਤਾਂ ਬਾਅਦ ਚ ਕੌਣ ਜ਼ਿੰਮੇਦਾਰੀ ਹੁੰਦਾ? ਬਾਅਦ ਚ ਕੌਣ ਪੁੱਛਦਾ? ਕੋਈ ਗੱਲਬਾਤ ਵੀ ਨਹੀਂ। ਫਿਰ ਸਾਡਾ ਉਹ ਤੇ ਫਿਰ ਕਈ ਉਹ ਨਿਕਾਹ ਉਹ ਕਾਹਦਾ ਫਿਰ ਨਿਕਾਹ ਵੇ? ਮੌਲਵੀ ਦਾ ਅਮਲ ਹੈ ਨਿਕਾਹ ਕਰਾਣਾ। ਨਿਕਾਹ ਕਰਾ ਕੇ ਅੱਗੇ ਬਸਣਾ ਤੁਸੀਂ ਹੈ, ਰਹਿਣਾ ਤੁਸੀਂ ਹੈ। ਮੈਂ ਤੁਹਾਨੂੰ ਇਸ ਚੀਜ਼ ਵਾਸਤੇ ਪੁੱਛਿਆ ਕਿ ਤੁਸੀਂ ਰਾਜੀ ਹੋ, ਤੁਸੀਂ ਨਿਕਾਹ ਕਰਨਾ, ਤੁਸੀਂ ਆਪਣੀ ਮਰਜ਼ੀ ਨਾਲ ਕਰ ਲਿਓ। ਤੁਹਾਡੇ ਕੋਲ ਗਵਾਹ ਮੌਜੂਦ ਨਹੀਂ, ਬਗੈਰ ਗਵਾਹਾਂ ਤੋਂ ਤੁਸੀਂ ਕਰ ਰਹੇ ਹੋ। ਮੈਂ ਜਦੋਂ ਸਾਰਾ ਕੁਝ ਹੋ ਜਾਂਦਾ ਹੈ, ਮਤਲਬ ਅਦਾਲਤ ਜਾ ਕੇ ਗੱਲ ਕਰਦੀ ਹੈ ਕਿ ਮੈਂ ਨਿਕਾਹ ਕੀਤਾ, ਮੈਂ ਨਹੀਂ ਰਾਜੀ, ਮੈਂ ਨਹੀਂ ਇਸ ਚੀਜ਼ ਨੂੰ ਤਸਲੀਮ ਕਰਦੀ, ਬੇਸ਼ੱਕ ਤੁਸੀਂ 10 ਦਿਨ ਵੀ ਕੱਟੇ ਕਿਤੇ। ਜੀ ਸਮਝੇ ਗਏ? ਜੀ ਜੀ ਤੇ ਜੱਜ ਸਾਹਿਬ ਨੇ ਫਿਰ ਵੀ ਇਹਨਾਂ ਨੂੰ ਪੁੱਛਣਾ ਤੁਸੀਂ ਰਾਜੀ ਹੋ ਕਿ ਨਹੀਂ। ਜੀ ਬਿਲਕੁਲ ਜੱਜ ਨੇ ਹਾਂਜੀ ਉਹ ਤੇ ਇਹਨਾਂ ਨੇ ਪੁੱਛਣਾ ਨਾ, ਅਗਰ ਰਾਜੀ ਹੈ ਤੇ ਠੀਕ ਹੈ। ਚਲੋ ਤੁਸੀਂ ਰਾਜੀ ਹੋ ਤੇ ਠੀਕ ਹੈ, ਫਿਰ ਤੁਹਾਡਾ ਕੰਮ ਹੈ, ਮੇਰੀ ਤੇ ਫਿਰ ਜ਼ਰੂਰਤ ਹੀ ਨਹੀਂ ਕੰਮ। ਮਕਸਦ ਗੱਲ ਮੇਰਾ ਕਰਨ ਦਾ ਹੈ ਵੇ ਕਿ ਇਨਸਾਨ ਦੇ ਵਿੱਚ ਤੇ ਹੈਵਾਨ ਦੇ ਵਿੱਚ ਕੁਝ ਫਰਕ ਹੋਣੇ ਚਾਹੀਦੇ। ਸੁਣ ਲਓ ਗੱਲ ਜੀ ਇਨਸਾਨ ਤੇ ਹੈਵਾਨ ਚ ਫਰਕ ਹੋਣਾ ਚਾਹੀਦਾ। ਜੀ ਹੁਣ ਹੈਵਾਨ ਨੂੰ ਤੇ ਨਹੀਂ ਪਤਾ ਤਲਾਕ ਕੀ ਹੁੰਦੀ, ਨਹੀਂ ਪਤਾ, ਉਹਨੂੰ ਨਿਕਾਹ ਦਾ ਵੀ ਤੇ ਨਾ ਪਤਾ, ਨਿਕਾਹ ਦਾ ਵੀ ਨਹੀਂ, ਉਹਨੂੰ ਤਲਾਕ ਦਾ ਵੀ ਕੋਈ ਪਤਾ ਨਹੀਂ। ਉਹ ਤੇ ਇੱਕ ਹੈਵਾਨ ਹੈ ਜੀ, ਉਹ ਤੇ ਇੱਕ ਹੈਵਾਨ ਹੈਵਾਨ ਹੈ ਜੀ। ਉਹ ਹੁਣ ਮਿਸਾਲ ਤੋਂ ਉਹਦੇ ਕੋਲ ਕੁੱਤਾ ਵੇ ਜੀ ਉਹ ਕੀ ਕਰਦਾ ਵੇ? ਉਹ ਆਪਣੀ ਮਾਦਾ ਨੂੰ ਛੱਡਦਾ ਵੇ। ਜੀ ਉਹਨੂੰ ਤੇ ਨਹੀਂ ਪਤਾ ਕਿ ਇਹ ਕੰਮ ਤੇ ਅਗਰ ਤਲਾਕ ਅਸੀਂ ਦੇ ਦਿੰਦੇ ਆ ਤੇ ਇਹ ਕੰਮ ਤੇ ਹੈਵਾਨ ਵੀ ਕਰ ਸਕਦਾ। ਇਹੋ ਹੀ ਤਾਂ ਫਰਕ ਹੈ ਇਨਸਾਨ ਚ ਤੇ ਹੈਵਾਨ ਚ। ਇਹ ਕੰਮ ਤੇ ਹੈਵਾਨ ਵੀ ਕਰ ਸਕਦਾ ਨਾ। ਜੀ ਤੇ ਹੈਵਾਨ ਵਿੱਚ ਤੇ ਇਨਸਾਨ ਚ ਫਰਕ ਤੇ ਵਾਜ਼ਾ ਕਰਨਾ ਹੈ ਕਿ ਇਨਸਾਨ ਔਰ ਹੈਵਾਨ ਚ ਫਰਕ ਕੀ ਹੈ। ਫਰਕ ਇਹੋ ਹੀ ਹੈ ਇਨਸਾਨ ਔਰ ਹੈਵਾਨ ਚ। ਇਨਸਾਨ ਨਿਕਾਹ ਕਰਕੇ ਜ਼ਿੰਦਗੀ ਬਸਰ ਕਰਦੇ ਨੇ, ਔਰ ਹੈਵਾਨ ਨੂੰ ਅਗਰ ਇਹ ਪਤਾ ਹੈ ਸ਼ਰੀਅਤ ਦਾ, ਸਿਰਫ ਸ਼ਰੀਅਤ ਦੇ ਹਿਸਾਬ ਨਾਲ, ਸ਼ਰੀਅਤ ਦਾ ਸਾਰਾ ਮਾਮਲਾ ਇਨਸਾਨ ਸ਼ਰੀਅਤ ਦੇ ਹਿਸਾਬ ਨਾਲ ਸ਼ਾਦੀ ਕਰਦਾ ਸ਼ਰੀਅਤ ਦੇ ਹਿਸਾਬ ਨਾਲ ਸ਼ਾਦੀ ਹੈ। ਫਿਰ ਤਲਾਕ ਕਿਉਂ ਦੇ ਸਕਦਾ ਉਹ? ਤਲਾਕ ਇਹ ਕੰਮ ਤੇ ਜਾਨਵਰ ਵੀ ਕਰ ਸਕਦੇ ਨੇ। ਉਹਨੂੰ ਜਾਨਵਰ ਨੂੰ ਤਾਂ ਨਹੀਂ ਪਤਾ ਕਿ ਤਲਾਕ ਕੀ ਹੁੰਦੀ ਹੈ। ਜੀ ਜਦੋਂ ਇੱਕ ਔਰਤ ਨੂੰ ਛੱਡਿਆ, ਦੂਜੀ ਉਹ ਨਹੀਂ ਪਸੰਦ ਆਈ, ਤੀਸਰੀ ਮਕਸਦ ਗੱਲ ਕਰਨ ਦਾ ਹੋਰ ਕਰੋ ਨਾ ਕਰ ਦਿੰਦੇ ਜੀ। ਇਹ ਕੰਮ ਤੇ ਜਾਨਵਰ ਵੀ ਕਰਦੇ ਨੇ ਤੇ ਸਾਡੇ ਵਿੱਚ ਤੇ ਇਨਸਾਨਾਂ ਵਿੱਚ ਤੇ ਜਾਨਵਰਾਂ 'ਚ ਕੁਝ ਫਰਕ ਤਾਂ ਹੋਣਾ ਚਾਹੀਦਾ ਨਾ। ਅਸਾਂ ਉਸ ਚੀਜ਼ ਨੂੰ ਵੇਖਣਾ ਨਾ। ਜੀ ਮੈਂ ਪੁੱਛਣ ਦਾ ਮਕਸਦ ਇਹ ਸੀ ਕਿ ਤੁਸੀਂ ਰਾਜੀ ਹੋ? ਹਾਂਜੀ ਤੁਸੀਂ ਮੈਂ ਨਿਕਾਹ ਕਰਾਉਣ ਵਾਸਤੇ ਤੁਹਾਡਾ ਆਇਆ ਸੀ, ਤੁਹਾਡੇ ਗਵਾਹਾਂ ਮੌਜੂਦ ਨਹੀਂ ਹੈ
ਲੇਕਿਨ ਮੈਂ ਸ਼ਰੀਰ ਦੇ ਹਿਸਾਬ ਨਾਲ ਨਿਕਾਹ ਕਰਾਉਣਾ ਚਾਹਨਾ, ਤੁਸੀਂ ਆਪਣੀਆਂ ਮਸਾਲਾਂ ਦੇ ਦਿਓ, ਅਗਰ ਤੁਸੀਂ ਰਾਜ਼ੀ ਹੋ ਤਾਂ ਫਿਰ ਮੇਰੀ ਜ਼ਰੂਰਤ ਕੋਈ ਨਹੀਂ, ਫਿਰ ਤੁਸੀਂ ਪੇ ਕਰੋਗਾ। ਮਕਸਦ ਇਹ ਵੇ ਕਿ ਜਦੋਂ ਜ਼ਿੰਦਗੀ ਸਾਡੀ ਗੁਜ਼ਰ ਜਾਂਦੀ ਹੈ, ਜੀ ਜਿਹੜੀ ਅਸੀਂ ਆਪਣੇ ਇੱਕ ਦਿਲ ਦੇ ਨਾਲ ਸਾਡਾ ਨਿਕਾਹ ਹੋਏ, ਜੀ ਜਿਹੜਾ ਇਹ ਨਿਕਾਹ ਵੇ ਤੇ ਜ਼ਬਾਨ ਨਾਲ ਵੇ। ਮੈਂ ਮੰਨਣਾ ਇਹ ਜ਼ੁਬਾਨ ਨਾਲ ਨਿਕਾਹ ਹੈ, ਉਹਦੇ ਚ ਕਲਮੇ ਪੜ੍ਹੇ ਜਾਂਦੇ ਨੇ, ਉਹਦੇ ਚ ਤੁਹਾਡਾ ਨਿਕਾਹ ਐਸਾ ਬੰਧਨ ਕੱਢਿਆ ਜਾਂਦਾ ਕਲਮੇ ਹੈ। ਪੜ੍ਹ ਕੇ ਵੀ ਸ਼ਰੀਅਤ ਮੁਹੰਮਦੀ ਅਸੀਂ ਕਰਨੇ ਆ, ਉਸ ਤੋਂ ਬਾਅਦ ਇਜਤਮਾਈ ਦੁਆ ਮੰਗੀ ਦੀ ਹੈ, ਜੀ ਬਿਲਕੁਲ ਸਮਝੇ ਕਿ ਨਹੀਂ? ਜੀ ਹਰ ਸ਼ਰ੍ਹਾ ਨੂੰ ਲਿਹਾਜ਼ ਰੱਖ ਕੇ ਅਸੀਂ ਸਭ ਕੁਝ ਅਸੀਂ ਕਰਨੇ ਆ। ਹਾਂਜੀ ਤੋ ਸਾਰਾ ਕੁਝ ਕਰਨ ਤੋਂ ਬਾਵਜੂਦ ਔਰਤ ਨੂੰ ਤਲਾਕ ਹੋ ਜਾਂਦੀ ਹੈ, ਉਹ ਘਰ ਬੈਠੀ ਹੁੰਦੀ ਹੈ, ਮਰਦ ਸਾਹਿਬ ਜਿਹੜੇ ਨੇ ਆਪਣੇ ਘਰ ਬੈਠੇ ਹੁੰਦੇ ਨੇ, ਉਹ ਸਾਰੇ ਮਾਮਲਾ ਧਰਮ ਬਰਮ ਹੋ ਜਾਂਦਾ ਹੈ। ਕਿਆ ਇਸ ਮਾਮਲੇ ਵਿੱਚ ਕੋਈ ਗੌਰ ਫਿਕਰ ਨਹੀਂ ਹੁੰਦੀ ਵੀ ਕਿਉਂ ਹੁੰਦਾ ਹੈ ਇਸ ਤਰ੍ਹਾਂ? ਇੱਕ ਮੈਂ ਵੈਸੇ ਗੱਲ ਕੀਤੀ ਹੈ ਵੀ ਇਸ ਤਰ੍ਹਾਂ ਇਹ ਕੰਮ ਮੈਂ ਕਹਿ ਰਿਹਾ ਤੇ ਜਾਨਵਰ ਵੀ ਕਰਦੇ ਨੇ। ਜੀ ਸਾਡੀ ਜ਼ਿੰਦਗੀ ਗੁਜ਼ਾਰਨ ਦਾ ਮਕਸਦ ਇਹ ਹੈ ਕਿ ਅਸੀਂ ਕਿਉਂ ਤਲਾਕ ਦਈਏ? ਜਿਸ ਔਰਤ ਨੂੰ ਅਸੀਂ ਸਮਝਦੇ ਹਾਂ ਬਿਲਕੁਲ ਇੱਕ ਹਕੀਰ ਸਮਝਦੇ ਹਾਂ ਅਸੀਂ, ਜੀ ਜਿਹਦੇ ਪੇਟ ਤੋਂ ਅਸੀਂ ਬਾਹਰ ਆਏ, ਜੀ ਹਵਾ ਦੇ ਪੇਟ ਤੋਂ ਅਸੀਂ ਜੀ ਬਾਹਰ ਆਏ ਹਾਂ, ਜੀ ਉਹਨੂੰ ਅਸੀਂ ਹਕੀਰ ਸਮਝ ਕੇ ਉਹਨੂੰ ਕਹਿ ਦਿਆਂਗੇ ਬਸ ਠੀਕ ਹੈ, ਤੂੰ ਨਹੀਂ ਪਸੰਦ ਕੋਈ ਦੂਜੀ ਪਸੰਦ ਦੂਜੀ, ਜਿਹੜੀ ਉਹ ਪਹਿਲੀ ਉਹ ਵੀ ਤੇ ਕਿਸੇ ਕੋਲ ਜਾਣੀ ਹੈ ਨਾ। ਜੀ ਜਿਹੜੀ ਪਹਿਲੀ ਬੀਵੀ ਹੈ ਜਿਹਨੂੰ ਤਲਾਕ ਦਿੱਤਾ ਉਹ ਨਹੀਂ ਕਿਸੇ ਕੋਲ ਜਾਂਦੀ। ਬਿਲਕੁਲ ਤੇ ਫਿਰ ਨਿਕਾਹ ਉਹ ਹੁੰਦਾ ਹੈ ਜਿਹੜਾ ਇਨਸਾਨ, ਜਿਹੜੇ ਜੀ ਚਾਰ ਬੈਠੇ ਨੇ, ਸ਼ਰੀਅਤ ਨਾਲ ਵੀ ਅਗਰ ਕਰੋ, ਉਹਦੇ ਵਿੱਚ ਇਹ ਤਰੀਕਾ ਕਰ ਹੈ ਕਿ ਜਿਹੜਾ ਨਿਕਾਹ ਹੁੰਦਾ ਉਹ ਆਪਣੇ ਦਿਲਾਂ ਦੇ ਨਾਲ ਹੋਵੇ। ਇਹ ਕੰਮ ਜਿਹੜੇ ਅਸੀਂ ਇਹ ਬਣਾਇਆ ਅਸਾਂ, ਜਿਹੜਾ ਸਿਸਟਮ ਅਸੀਂ ਬਣਾਇਆ ਅਸਾਂ, ਇਹਨੇ ਤਸਦੀਕਾਂ ਕਰਨੇ ਆ, ਅੰਗੂਠੇ ਲਵਾਉਂਦੇ ਆ, ਗਵਾਹਾਂ ਸ਼ੋ ਨਾਸ਼ਾਂ ਸਾਰਾ ਰੱਖਣੇ ਆ, ਤੇ ਬਾਅਦ ਜਦੋਂ 10 ਦਿਨ ਹੀ ਨਿਕਲਦੇ ਫਿਰ ਤਲਾਕ ਸ਼ੁਰੂ ਹੋ ਜਾਂਦੀ। ਤੁਸੀਂ ਕਹਾ ਜੇ ਇਹ ਕੰਮ ਜਿਹੜਾ ਇਹ ਤੇ ਜਾਨਵਰ ਕਰਦੇ ਨੇ, ਫਿਰ ਬਿਲਕੁਲ ਇਹ ਠੀਕ ਤੇ ਹੈ। ਹਵਾਨ ਕਰਦੇ ਫਿਰ, ਚਲੋ ਸ਼ਰੀਅਤ ਤੋਂ ਇੱਕ ਛੱਡੀ ਦੂਜੀ ਛੱਡੀ ਤੀਜੀ ਛੱਡੀ ਚੌਥੀ, ਜੀ ਇਹ ਤੇ ਕੋਈ ਮਾਮਲਾ ਨਹੀਂ ਹੈਗਾ। ਅੱਛਾ ਸਵਾਲ ਹੈ ਤੁਹਾਡਾ।